ਸਾਰਿਆਂ ਦਾ ਇਹ ਵਹਿਮ ਭਰਮ ਦੂਰ ਕਰਦੇ ਹੋਏ ਦੱਸਿਆ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। हे ਭਾਈ, ਪਤਾਲ ਦੇ ਹੇਠਾਂ ਪਤਾ ਨਹੀਂ ਕਿਤਨੇ ਕੁ ਪਤਾਲ ਹਨ। ਇਸ ਪਤਾਲ ਦੇ ਹੇਠਾਂ ਲੱਖਾਂ ਹੀ ਪਤਾਲ ਹਨ। ਆਕਾਸ਼ ਦੇ ਉੱਤੇ ਲੱਖਾਂ ਹੀ ਆਕਾਸ਼ ਹਨ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ ਲੱਖਾਂ ਹੀ ਆਕਾਸ਼ ਹਨ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇਸ ਗੱਲ ਨੂੰ ਸਾਰੇ ਵੇਦਾਂ ਨੇ ਵੀ ਮੰਨਿਆ ਕਿ ਪਤਾਲ ਦੇ ਹੇਠ ਲੱਖਾਂ ਹੀ ਪਤਾਲ ਹਨ। ਆਕਾਸ਼ ਦੇ ਉੱਤੇ ਲੱਖਾਂ ਹੀ ਆਕਾਸ਼ ਹਨ। ਪਰ ਬੇਅੰਤ ਰਿਸ਼ੀਆਂ ਮੁਨੀਆਂ ਨੇ ਪਤਾਲਾਂ ਦਾ, ਆਕਾਸ਼ਾਂ ਦਾ ਅਖੀਰਲਾ ਬੰਨਾ ਲੱਭਣ ਦਾ ਯਤਨ ਕੀਤਾ, ਪਰ ਲੱਭ ਨਹੀਂ ਸਕੇ। ਕਿਸੇ ਵੀ ਪਤਾਲ ਦਾ, ਆਕਾਸ਼ ਦਾ ਜੋ ਅਖੀਰਲਾ ਬੰਨਾ ਕਿਸੇ ਨੂੰ ਨਹੀਂ ਮਿਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਹਨ, ਸਮਝਾਉਣਾ ਚਾਹੁੰਦੇ ਹਨ ਸਾਰੇ ਜਗਤ ਨੂੰ ਕਿ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ। ਉਹਦੀ ਕੁਦਰਤ ਦਾ ਲੇਖਾ ਜੋਖਾ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਲੱਖਾਂ ਪਤਾਲ ਆਪਾਂ ਕਿਵੇਂ ਗਿਣ ਸਕਦੇ ਹਾਂ? ਉਹਦੇ ਤਾਂ ਇੱਕ ਪਤਾਲ ਨੂੰ ਹੀ, ਇੱਕ ਪਤਾਲ ਦਾ ਹੀ ਅੰਤ ਨਹੀਂ ਪਾ ਸਕਦਾ ਕੋਈ। ਲੱਖਾਂ ਹੀ ਆਕਾਸ਼ਾਂ ਦਾ, ਲੱਖਾਂ ਹੀ ਆਕਾਸ਼ਾਂ ਨੂੰ ਕਿਵੇਂ ਗਿਣ ਸਕਾਂਗੇ? ਉਹਦੇ ਤਾਂ ਇੱਕ ਆਕਾਸ਼ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਜੇ ਕੋਈ ਇੱਕ ਆਕਾਸ਼ ਦਾ ਅੰਤ ਪਾਏਗਾ ਤਾਂ ਹੀ ਦੂਜੇ ਆਕਾਸ਼ ਵਿੱਚ ਜਾਏਗਾ। ਜੇ ਇੱਕ ਪਤਾਲ ਦਾ ਅੰਤ ਪਾਏਗਾ ਤਾਂ ਹੀ ਦੂਜਾ ਪਤਾਲ ਗਿਣੇਗਾ। ਜਿਵੇਂ ਆਪਾਂ ਇੱਕ ਪਿੰਡ ਵਿੱਚੋਂ ਨਿਕਲੀ ਤਾਂ ਹੀ ਦੂਜੇ ਪਿੰਡ ਵਿੱਚ ਵੜਾਂਗੇ, ਦੂਜੇ ਪਿੰਡ ਵਿੱਚੋਂ ਨਿਕਲਾਂਗੇ ਤਾਂ ਤੀਜੇ ਪਿੰਡ ਵਿੱਚ ਵੜਾਂਗੇ। ਇੱਕ ਪਤਾਲ ਦਾ ਹੀ ਅੰਤ ਨਹੀਂ ਪੈ ਸਕਦਾ, ਇੱਕ ਆਕਾਸ਼ ਦਾ ਹੀ ਅੰਤ ਨਹੀਂ ਪੈ ਸਕਦਾ। ਦੇਖੋ ਗੁਰੂ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ। ਕਿਸੇ ਨੂੰ ਨਹੀਂ ਕਿਹਾ, ਜਿਨ੍ਹਾਂ ਨੇ 14 ਭਵਨ ਕਿਹਾ ਉਹਨਾਂ ਦੇ 14 ਭਵਨ ਵੀ ਮੰਨ ਲਏ ਮਹਾਰਾਜ ਨੇ। ਜਿਨ੍ਹਾਂ ਨੇ 3 ਲੋਕ ਕਿਹਾ ਮਹਾਰਾਜ ਨੇ 3 ਲੋਕ ਵੀ ਮੰਨ ਲਏ। ਕਹਿੰਦੇ ਠੀਕ ਹੈ, ਤੁਹਾਡੀ ਆਪਣੀ ਵਿਚਾਰ ਆ, ਤੁਹਾਡੀ ਆਪਣੀ ਸਮਝ ਹੈ। ਜਿਨ੍ਹਾਂ ਨੇ 14 ਭਵਨ ਕਿਹਾ ਉਹਨਾਂ ਨੂੰ ਵੀ ਕਹਿ ਦਿੱਤਾ ਚਲੋ ਠੀਕ ਆ, ਤੁਹਾਡੀ ਇੱਥੇ ਤੱਕ ਹੀ ਸਮਝ ਹੈ। ਪਰ ਜੋ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਮਝ ਬਖਸ਼ੀ ਹੈ ਉਹ ਇਹ ਹੈ ਕਿ ਪਤਾ ਨਹੀਂ, ਕਿਸੇ ਨੂੰ ਨਹੀਂ ਪਤਾ ਉਹਨੇ ਕਿਤਨੇ ਕੁ ਆਕਾਸ਼ ਪੈਦਾ ਕੀਤੇ ਹਨ, ਕਿਤਨੇ ਕੁ ਪਤਾਲ ਪੈਦਾ ਕੀਤੇ ਹਨ। ਉਹਦੀ ਸਾਜੀ ਹੋਈ ਜਿਹੜੀ ਕੁਦਰਤ ਹੈ, ਉਸ ਕੁਦਰਤ ਬਾਰੇ ਉਹ ਪ੍ਰਭੂ ਆਪ ਹੀ ਜਾਣਦਾ। ਜਿਵੇਂ ਆਪਾਂ ਨੇ ਵਿਚਾਰ ਕੀਤੀ ਸੀ ਕਿ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਗੁਰੂ ਨਾਨਕ ਦੇਵ ਮਹਾਰਾਜ ਤਾਂ ਇਹ ਕਹਿ ਰਹੇ ਹੈ। ਗੁਰੂ ਸਾਹਿਬ ਕੋਈ ਗਿਣਤੀਆਂ ਮਿਣਤੀਆਂ 'ਚ ਨਹੀਂ। ਦੇਖੋ ਸਾਡਾ ਜੋ ਅਸੀਂ ਸਮਝਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਂ ਇੱਕ ਹੈ ਆ ਅਨੇਕ ਹੈ। ਅਸੀਂ ਨਹੀਂ ਗਿਣਤੀਆਂ ਮਿਣਤੀਆਂ ਨੂੰ ਮੰਨਦੇ, ਸਾਨੂੰ ਨਹੀਂ ਗੁਰੂ ਸਾਹਿਬ ਨੇ ਗਿਣਤੀਆਂ ਮਿਣਤੀਆਂ 'ਚ ਪਾਇਆ। ਆਪਾਂ ਜਾਪ ਸਾਹਿਬ ਦੇ ਵਿੱਚ ਵੀ ਪੜ੍ਹਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਖਸ਼ਿਸ਼ ਕਰਦੇ ਹਨ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਰੱਬ ਇੱਕ ਹੈ, ਉਹ ਇੱਕ ਹੈ। ਜੇ ਇੱਕ ਤੋਂ ਵੱਧ ਗਿਣਨਾ ਤਾਂ ਅਨੇਕਾਂ ਹੀ ਕਹਾਂਗੇ ਆਪਾਂ। ਉਹਨੇ ਅਨੇਕਾਂ ਤਰ੍ਹਾਂ ਦੀ ਕੁਦਰਤ ਸਾਜੀ ਹੈ, ਫਿਰ ਅਨੇਕਾਂ ਵਿੱਚ ਵੀ ਉਹ ਆਪ ਹੈ।
ਅਨੇਕਾਂ ਤੋਂ ਵੀ, ਅਨੇਕਾਂ ਦੇ ਵਿੱਚ ਉਹ ਆਪ ਵਿਆਪਕ ਹੈ, ਅਨੇਕਾਂ ਤੋਂ ਵੱਖਰਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਹੀ ਕਹਿ ਰਹੇ। ਇੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਜੋ ਸਮਝਾਉਂਦੇ ਹਨ ਕਿ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਪਤਾ ਨਹੀਂ ਉਹਨੇ ਕਿੰਨੇ ਕੁ ਆਕਾਸ਼ ਪੈਦਾ ਕੀਤੇ ਹਨ, ਕਿਤਨੇ ਕੁ ਪਤਾਲ ਪੈਦਾ ਕੀਤੇ ਹਨ। ਕੋਈ ਇੱਕ ਵੀ ਪਤਾਲ ਦਾ, ਇੱਕ ਵੀ ਆਕਾਸ਼ ਦਾ ਕੋਈ ਆਖਰੀ ਬੰਨਾ ਨਹੀਂ ਲੱਭ ਸਕਦਾ। ਰਿਸ਼ੀਆਂ ਮੁਨੀਆਂ ਨੇ ਬੜਾ ਜ਼ੋਰ ਲਾ ਕੇ ਦੇਖ ਲਿਆ, ਕੋਈ ਉਹਦੀ ਸਾਜੀ ਹੋਈ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਿਆ, ਕੋਈ ਆਖਰੀ ਬੰਨਾ ਨਹੀਂ, ਅਖੀਰਲਾ ਸਿਰਾ ਕੋਈ ਲੱਭ ਨਹੀਂ ਸਕਿਆ ਕਿਸੇ ਵੀ ਪਤਾਲ ਦਾ। ਫਿਰ ਦੂਜਾ ਪਤਾਲ ਕਿਵੇਂ ਗਿਣ ਲਵਾਂਗੇ ਆਪਾਂ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਸਾਰੇ ਵੇਦ ਵੀ ਇਹ ਇੱਕ ਜਵਾਨ ਤੋਂ ਉਹਨਾਂ ਨੇ ਵੀ ਮੰਨਿਆ, ਉਹਨਾਂ ਨੇ ਵੀ ਕਿਹਾ ਕਿ ਬੇਅੰਤ ਰਿਸ਼ੀ ਮੁਨੀ ਵੀ ਪਤਾਲਾਂ ਦਾ, ਆਕਾਸ਼ਾਂ ਦਾ ਸਿਰਾ ਲੱਭਦੇ ਲੱਭਦੇ ਥੱਕ ਗਏ। ਉਹ ਵੀ ਕਿਸੇ ਆਕਾਸ਼ ਦਾ, ਕਿਸੇ ਪਤਾਲ ਦਾ ਆਖਰੀ ਬੰਨਾ ਲੱਭ ਨਹੀਂ ਸਕੇ, ਕੋਈ ਵੀ ਨਹੀਂ ਲੱਭ ਸਕਦਾ। ਭਾਵ ਉਹਦਾ ਅੰਤ ਪਾਉਣ ਦਾ ਯਤਨ ਨਾ ਕਰਿਓ। ਹਾਂ, ਉਹਦੀ ਯਾਦ ਵਿੱਚ ਜੁੜੋ, ਉਹਦੇ ਗੁਣ ਗਾਉਂਦੇ ਰਹੋ, ਉਹਦੀ ਸਿਫਤ ਸਲਾਹ ਕਰਦੇ ਰਹੋ ਅਤੇ ਆਤਮਿਕ ਆਨੰਦ ਮਾਣੋ। ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਦੇਖੋ ਕੀ ਬਖਸ਼ਿਸ਼ ਕਰਦੇ ਹਨ। ਕਹਿੰਦੇ, ਸੈਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ। ਸੈਸ ਮੈਨੇ 1000, 18,000 ਆਲਮ ਮੰਨੇ ਗਏ। 18,000 ਆਲਮ। ਕਹਿਣ ਕਤੇਬਾਂ, ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ ਧਾਰਮਿਕ ਪੁਸਤਕਾਂ, ਗ੍ਰੰਥ ਇਹ ਕਹਿ ਰਹੇ ਕਿ 18,000 ਆਲਮ ਹਨ। ਸੈਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਪਰ ਸਾਰਿਆਂ ਦਾ ਜਿਹੜਾ ਮੂਲ ਹੈ, ਜੜ ਹੈ, ਮੁੱਢ ਹੈ, ਉਹ ਇੱਕੋ ਹੈ, ਅਕਾਲ ਪੁਰਖ ਵਾਹਿਗੁਰੂ। ਦੇਖੋ, ਸਮਝਣਾ ਇੱਕ ਨੂੰ ਹੈ। ਜਦੋਂ ਸਾਨੂੰ ਇੱਕ ਦੀ ਸਮਝ ਆ ਗਈ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਗਤ ਵਿੱਚ ਆਏ ਹੀ ਇੱਕ ਨੂੰ ਸਮਝਾਉਣ ਵਾਸਤੇ, ਇੱਕ ਨੂੰ ਸਮਝਾਉਣ ਵਾਸਤੇ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਏਕੇ ਤੋਂ ਹੀ ਸ਼ੁਰੂ ਹੁੰਦਾ। ਇੱਕ ਦਾ ਹੀ ਉਪਦੇਸ਼ ਆ, ਇੱਕ ਦਾ ਹੀ ਪ੍ਰਚਾਰ ਆ ਵੀ ਇੱਕ ਨਾਲ ਜੁੜੋ। ਉਹ ਅਨੇਕਤਾ ਦੇ ਵਿੱਚ ਇੱਕੋ ਹੈ। ਸਾਰੇ ਸੰਸਾਰ ਵਿੱਚ, ਕਣ ਕਣ ਦੇ ਵਿੱਚ ਉਹ ਪ੍ਰਭੂ ਆਪ ਵਿਆਪਕ ਹੈ। ਜਦੋਂ ਮੈਨੂੰ ਗੁਰੂ ਦੀ ਬਾਣੀ ਨੂੰ ਸਹੀ ਅਰਥਾਂ ਦੇ ਵਿੱਚ ਜਦੋਂ ਵਿਚਾਰਾਂਗੇ ਨਾ, ਆਪਾਂ ਸਮਝਾਂਗੇ, ਤਾਂ ਸਾਨੂੰ ਇਹ ਸਮਝ ਆਏਗੀ ਕਿ ਕਣ ਕਣ ਦੇ ਵਿੱਚ ਉਹ ਪ੍ਰਭੂ ਹੈ, ਉਸੇ ਦੀ ਜੋਤ ਹੈ ਸਾਰਿਆਂ ਦੇ ਵਿੱਚ। ਇਹ ਸਮਝਾਉਂਦੇ ਮਹਾਰਾਜ, ਇਹੀ ਸਮਝਾਉਣ ਵਾਸਤੇ ਆਏ, ਇਹੀ ਪ੍ਰਚਾਰ ਕੀਤਾ ਸਾਰੇ ਗੁਰੂਆਂ ਨੇ। ਇਹੀ ਪ੍ਰਚਾਰ ਕਰਨ ਵਾਲੇ ਜਿਹੜੇ ਭਗਤ ਹੋਏ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਨ੍ਹਾਂ ਨੇ ਉਸ ਇੱਕ ਨੂੰ ਜਾਣਿਆ। ਉਹਨਾਂ ਦੀ ਬਾਣੀ ਭਗਤਾਂ ਦੀ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, ਉਹਨਾਂ ਨੇ ਵੀ ਇੱਕ ਨੂੰ ਜਾਣਿਆ। ਜਿਨ੍ਹਾਂ ਨੇ ਇੱਕ ਨੂੰ ਜਾਣਿਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਗੁਰਸਿੱਖਾਂ ਦੀ ਬਾਣੀ ਵਿੱਚ ਜਿਨ੍ਹਾਂ ਨੇ ਇੱਕ ਨੂੰ ਪਛਾਣ ਲਿਆ, ਸਮਝ ਲਿਆ, ਉਹਨਾਂ ਦੀ ਬਾਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਆਏ ਹੀ ਇੱਕ ਨੂੰ ਸਮਝਾਉਣ ਵਾਸਤੇ। ਆਪਾਂ ਗੁਰਪੁਰਬ ਵੀ ਮਨਾ ਲੈਂਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਇੱਕ ਨੂੰ ਸਮਝਦੇ ਨਹੀਂ। ਕਿਉਂ ਨਹੀਂ ਸਮਝਦੇ? ਕਿਉਂਕਿ ਇੱਕੋ ਦਿਨ ਰੌਣਕ ਸ਼ੌਣਕ ਕਰ ਲੈਂਦੇ, ਕਰਾ ਲੈਂਦੇ ਹਾਂ, ਬਸ ਫਿਰ ਅਸੀਂ ਵਿਚਾਰਦੇ ਨਹੀਂ। ਉਹਨਾਂ ਦੀ ਬਾਣੀ ਨੂੰ ਵਿਚਾਰਨ ਦੀ ਬਹੁਤ ਜ਼ਰੂਰਤ ਹੈ। ਅੱਜ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ
ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੇ ਵਿੱਚ ਕਿਤਨਾ ਗਿਆਨ ਹੈ। ਅਸਲ ਸਹੀ ਅਰਥਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਆਪਾਂ ਮਨਾ ਰਹੇ ਹਾਂ, ਜਿਹੜਾ ਅਸੀਂ ਜਪਜੀ ਸਾਹਿਬ ਦੀ ਪਾਠ ਦੀ ਵਿਚਾਰ ਕਰ ਰਹੇ ਹਾਂ। ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਸਾਨੂੰ ਕਰਨੀ ਚਾਹੀਦੀ। ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਉਹ ਇੱਕ ਹੈ, ਉਹ ਸਰਵ ਵਿਆਪਕ ਹੈ। ਇਹੀ ਪ੍ਰਚਾਰ ਕੀਤਾ ਸਾਡੇ ਗੁਰੂਆਂ ਨੇ। ਫਿਰ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ, ਦੇਖੋ ਗੁਰੂ ਨਾਨਕ ਦੇਵ ਮਹਾਰਾਜ ਨੇ ਏਕੇ ਤੋਂ ਸ਼ੁਰੂ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਕੇ ਤੇ ਹੀ ਸਮਾਪਤੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਖਰੀ ਉਪਦੇਸ਼ ਪਤਾ ਕਿਹੜਾ ਸੀ? ਆਖਰੀ ਉਪਦੇਸ਼ ਇਹ ਉਪਦੇਸ਼ ਸੀ ਸਤਿਗੁਰੂ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਖਾਲਸੇ ਨੂੰ ਇਹੀ ਆਖਿਆ ਸੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ, ਗੋਰ ਮੜੀ ਮਟ ਪੂਰ ਨ ਮਨ। ਤੀਰਥ ਦਾਨ ਦਿਆ ਤਪ ਸੰਜਮ, ਏਕ ਬਿਨਾਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਇੱਕ ਨੂੰ ਪਛਾਣੋ, ਹੋਰ ਮੜੀਆਂ ਨੂੰ, ਕਵਰਾਂ ਨੂੰ, ਹੋਰ ਕਿਸੇ ਦੇਹਧਾਰੀਆਂ ਨੂੰ ਮੰਨਣ ਦੀ ਜ਼ਰੂਰਤ ਨਹੀਂ। ਕਿਤੇ ਹੋਰ ਪਾਸੇ ਮੇਰਾ ਖਾਲਸਾ ਭਟਕੇਗਾ ਨਹੀਂ। ਖਾਲਸਾ ਬਣਾਇਆ ਆਪਣੇ ਸਿੱਖ ਨੂੰ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਵਾਰ। ਸਾਰੇ ਵੇਦਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਹੇ ਭਾਈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਸਹਿਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ। ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ ਕਤੇਬਾਂ, 4 ਕਤੇਬਾਂ, ਜਿਵੇਂ ਕੁਰਾਨ, ਅੰਜੀਲ, ਤੌਰੇਤ, ਜੰਬੂਰ, ਇਹ 4 ਪੁਸਤਕਾਂ ਧਾਰਮਿਕ ਗ੍ਰੰਥ। ਇਹ ਵੀ ਇਹ ਕੀ ਕਹਿ ਰਹੇ ਹਨ ਕਿ 18,000 ਆਲਮ ਹੈ, ਪਰ ਸਾਰਿਆਂ ਦਾ ਮੁੱਢ, ਸਾਰਿਆਂ ਦੀ ਜੜ, ਸਾਰਿਆਂ ਦਾ ਮੂਲ ਇੱਕੋ ਹੈ। ਉਹ ਅਕਾਲ ਪੁਰਖ ਵਾਹਿਗੁਰੂ ਰੱਬ, ਜਿਸ ਨੂੰ ਕੋਈ ਅੱਲਾ ਕਹਿੰਦਾ, ਜਿਸ ਨੂੰ ਕੋਈ ਰਾਮ ਕਹਿੰਦਾ, ਜਿਸ ਨੂੰ ਕੋਈ ਹਰੀ ਕਹਿੰਦਾ, ਜਿਸ ਨੂੰ ਕੋਈ ਗੋਬਿੰਦ ਕਹਿੰਦਾ, ਜਿਸ ਨੂੰ ਗੁਸਾਈਆਂ, ਉਹਦੇ ਪਤਾ ਨਹੀਂ ਬੇਅੰਤ ਕਿਤਨੇ ਕੁ ਨਾਮ ਹਨ, ਪਰ ਸਾਰਿਆਂ ਦਾ ਮੁੱਢ, ਮੂਲ ਉਹ ਇੱਕੋ ਹੈ। ਸਾਡਾ ਸਾਰਿਆਂ ਦਾ ਸਾਂਝਾ ਰੱਬ ਉਹ ਇੱਕ ਹੈ। ਉਸ ਇੱਕ ਨੂੰ ਸਮਝਣਾ। ਹੁਣ ਦੇਖੋ, ਜੇ ਇੱਕ ਸਮਝ ਵਿੱਚ ਆ ਜਾਵੇ, ਰਹਿ ਜਾਏਗਾ ਕੋਈ ਵਿਤਕਰਾ, ਲੜਾਈ ਝਗੜੇ ਸਾਰੇ ਖਤਮ ਹੋ ਸਕਦੇ। ਸਭ ਲੜਾਈ ਝਗੜੇ, ਸਭ ਰੌਲੇ ਖਤਮ ਹੋ ਸਕਦੇ ਜੇ ਅਸੀਂ ਇੱਕ ਨੂੰ ਸਮਝ ਲਈਏ। ਗੁਰੂ ਸਾਹਿਬ ਸਾਨੂੰ ਏਕੇ ਵਾਰੀ ਹੀ ਗਿਆਨ ਦੇਣ ਆਏ, ਜਗ ਦੇ ਵਿੱਚ ਪ੍ਰਗਟ ਹੋਏ। ਕਹਿੰਦੇ ਸਹਿਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਦੇਖੋ ਕੀ ਕਹਿੰਦੇ ਹਨ ਇਹਦੇ ਵਿੱਚ, ਕਹਿੰਦੇ ਲੇਖਾ ਹੋਏ ਤਾਂ ਲਿਖੀਐ। ਉਹ ਅਕਾਲ ਪੁਰਖ ਵਾਹਿਗੁਰੂ ਦਾ ਲੇਖਾ ਜੋਖਾ ਹੋ ਹੀ ਨਹੀਂ ਸਕਦਾ, ਕੀਤਾ ਹੀ ਨਹੀਂ ਜਾ ਸਕਦਾ। ਉਹਦੀ ਕੁਦਰਤ ਦੀ ਗਿਣਤੀ ਕੀਤੀ ਉਹ ਨਹੀਂ ਜਾ ਸਕਦੀ। ਉਹਦਾ ਲੇਖਾ ਜੋਖਾ ਕਿਵੇਂ ਲਿਖਾਂਗੇ ਆਪਾਂ? ਲੇਖਾ ਜੋਖਾ ਬਾਅਦ ਵਿੱਚ ਤਾਂ ਲਿਖਦੇ ਹਾਂ, ਪਹਿਲਾਂ ਗਿਣਦੇ ਹਾਂ। ਪਹਿਲਾਂ ਗਿਣੀਦਾ, ਗਿਣ ਕੇ ਫਿਰ ਹਿਸਾਬ ਲਾਈਦਾ ਕਿੰਨਾ ਹੋ ਗਿਆ, ਫਿਰ ਲਿਖੀਦਾ, ਤਾਂ ਹੀ ਲਿਖਾਂਗੇ ਨਾ। ਜੇ ਪਹਿਲਾਂ ਗਿਣਾਂਗੇ, ਬਿਨਾਂ ਗਿਣੇ ਤੋਂ ਤਾਂ ਲਿਖ ਨਹੀਂ ਹੋਣਾ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਰਚਨਾ ਹੈ, ਉਹਦੀ ਕੁਦਰਤ ਹੈ, ਉਹਦਾ ਲੇਖਾ ਜੋਖਾ ਹੈ, ਇਹ ਕੀਤਾ ਹੀ ਨਹੀਂ ਜਾ ਸਕਦਾ। ਗਿਣਤੀ ਕੀਤੀ ਉਹ ਨਹੀਂ ਜਾ ਸਕਦੀ। ਗਿਣਤੀ ਖਤਮ ਹੋ ਜਾਏਗੀ, ਅੱਖਰ ਖਤਮ ਹੋ ਜਾਣਗੇ, ਸ਼ਬਦ ਖਤਮ ਹੋ ਜਾਣਗੇ, ਹਿੰਦਸੇ ਸਾਰੇ ਖਤਮ ਹੋ ਜਾਣਗੇ।
ਪਰ ਉਹਦਾ ਲੇਖਾ ਜੋਖਾ ਹੋ ਨਹੀਂ ਸਕਦਾ। ਲੇਖਾ ਜੋਖਾ ਕਰਨ ਵਾਲਾ ਵੀ ਖਤਮ ਹੋ ਜਾਏਗਾ। ਲੇਖਾ ਜੋਖਾ ਨਹੀਂ ਹੋ ਸਕਦਾ। ਜਦ ਲੇਖਾ ਜੋਖਾ ਹੋ ਹੀ ਨਹੀਂ ਸਕਦਾ, ਗਿਣਤੀ ਹੋ ਹੀ ਨਹੀਂ ਸਕਦੀ, ਫਿਰ ਲਿਖਾਂਗੇ ਕਿਵੇਂ? ਲੇਖਾ ਹੋਏ ਤਾਂ ਲਿਖੀਏ। ਲੇਖਾ ਹੋਏ ਵਿਨਾਸ਼, ਹਿੰਦ ਸੇ ਖਤਮ ਹੋ ਜਾਣਗੇ ਸ਼ਬਦ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਨੂੰ, ਉਹਦੀ ਕੁਦਰਤ ਨੂੰ, ਉਹਦੀ ਕੁਦਰਤ ਦਾ ਲੇਖਾ ਜੋਖਾ ਕਰਨ ਵਾਸਤੇ ਇਹ ਲੱਖਾਂ ਹਜ਼ਾਰਾਂ ਦੇ ਸ਼ਬਦ ਹਨ ਜਿਹੜੇ, ਇਹ ਕਾਫੀ ਨਹੀਂ ਹਨ। ਉਹਨੂੰ ਲੱਖਾਂ ਨਾਲ, ਕਰੋੜਾਂ ਨਾਲ, ਹਜ਼ਾਰਾਂ ਨਾਲ, ਇਹ ਗਿਣਤੀ ਦੇ ਨਾਲ ਨਹੀਂ ਗਿਣਿਆ ਜਾ ਸਕਦਾ। ਉਹਦੀ ਕੁਦਰਤ ਦਾ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ। ਉਹ ਤਾਂ ਬੇਅੰਤ ਹੈ। ਇਹ ਸਮਝਾਉਂਦੇ ਬੋਲ। ਕਹਿੰਦੇ ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ। ਆਪੇ ਜਾਣੈ ਆਪ। ਇਹ ਨਾਨਕ ਉਸ ਨੂੰ ਬਸ ਵੱਡਾ ਹੀ ਕਹਿਣਾ ਚਾਹੀਦਾ। ਵੱਡਾ, ਅਸੀਂ ਵੱਡਾ ਹੀ ਕਹਿ ਸਕਦੇ, ਹੋਰ ਕੀ ਕਹਿ ਸਕਦੇ? ਕਿ ਉਹ ਵੱਡਾ ਕਿੰਨਾ ਕੁ, ਜੇ ਸਾਨੂੰ ਪੁੱਛੇ ਕਿੰਨਾ ਕੁ ਵੱਡਾ ਹੈ, ਜਿਹੜੇ ਵੱਡਾ ਕਹਿ ਵੀ ਰਹੇ ਹੈ, ਜਿੰਨੇ ਵੀ ਕਹਿ ਰਹੇ ਹੈ, ਉਹ ਪਤਾ ਜਿਵੇਂ ਆਪਾਂ ਪੜ੍ਹਦੇ, ਸੁਣ ਵੱਡਾ ਆਖੈ ਸਭ ਕੋਈ। ਸੁਣ ਸੁਣ ਕੇ ਵੱਡਾ ਕਹਿ ਰਹੇ ਹੈ। ਜਿਵੇਂ ਮੈਂ ਸੁਣ ਲਿਆ ਕਿਸੇ ਤੋਂ ਵੀ ਵੱਡਾ, ਮੈਂ ਕਹਿਣ ਲੱਗ ਜਾਣਾ। ਜਿਹੜਾ ਜਿਸਨੇ ਮੇਰੇ ਕੋਲੋਂ ਸੁਣਿਆ, ਉਹਨੇ ਦੇਖਿਆ ਕਿਸੇ ਨੇ ਵੀ ਨਹੀਂ ਹੈ ਵੀ ਕਿਤਨਾ ਕੁ ਵੱਡਾ ਹੈ। ਕਿਤਨਾ ਕੁ ਵੱਡਾ ਕਹਾਂਗੇ? ਸਿਰਫ ਇਹੀ ਕਹਾਂਗੇ ਕਿ ਉਹ ਤੋਂ ਵੱਡਾ ਹੋਰ ਕੋਈ ਨਹੀਂ, ਉਹ ਸਭ ਤੋਂ ਵੱਡਾ ਹੈ। ਅਸੀਂ ਇੰਨਾ ਹੀ ਕਹਿ ਸਕਦੇ ਹਾਂ। ਅਸੀਂ ਇੰਨਾ ਹੀ ਕਹਿ ਸਕਦੇ। ਜੇ ਸਾਨੂੰ ਕੋਈ ਪੁੱਛੇ ਕਿਤਨਾ ਕੁ ਵੱਡਾ, ਅਸੀਂ ਦੱਸ ਨਹੀਂ ਸਕਦੇ। ਉਹ ਕਿਤਨਾ ਕੁ ਸੁੰਦਰ ਹੈ, ਅਸੀਂ ਇਹ ਨਹੀਂ ਦੱਸ ਸਕਦੇ। ਇੰਨਾ ਹੀ ਕਹਿ ਸਕਦੇ ਕਿ ਉਹ ਤੋਂ ਵੱਧ ਕੋਈ ਹੋਰ ਸੁੰਦਰ ਹੈ ਉਹ ਨਹੀਂ। ਉਹ ਕਿਤਨੇ ਕੁ ਗੁਣਾਂ ਦਾ ਮਾਲਕ ਹੈ, ਇਹ ਨਹੀਂ ਦੱਸ ਸਕਦੇ। ਅਸੀਂ ਬੇਅੰਤ ਗੁਣਾਂ ਦਾ ਮਾਲਕ ਹੀ ਕਹਿ ਸਕਦੇ ਹਾਂ। ਪਰ ਜੇ ਸਾਨੂੰ ਪੁੱਛੇ ਕਿਤਨੇ ਗੁਣਾਂ ਦਾ ਮਾਲਕ ਹੈ, ਕੀ ਗੁਣ, ਉਹਦੇ ਗੁਣਾਂ ਦਾ ਹਿਸਾਬ ਕਿਤਾਬ ਲਾ ਲਵਾਂਗੇ ਆਪਾਂ? ਨਹੀਂ ਲਾ ਸਕਦੇ। ਉਹ ਬੇਅੰਤ ਗੁਣਾਂ ਦਾ ਮਾਲਕ ਹੈ, ਉਹ ਬੇਅੰਤ ਵੱਡਾ ਹੈ, ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸ ਕਰਕੇ ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਉਹਦੇ ਵਿੱਚ ਤਾਂ ਬੇਅੰਤ ਵੱਡੀਆਂ ਵਡਿਆਈਆਂ ਹਨ, ਬੇਅੰਤ ਗੁਣ ਹਨ। ਉਹਨੂੰ ਵੱਡਾ ਕਰਕੇ ਇਹ ਸਮਝਣਾ ਕਿ ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ, ਇੰਨਾ ਹੀ ਕਾਫੀ ਹੈ। ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਉਹ ਤੋਂ ਵੱਡਾ ਹੋਰ ਕੋਈ ਨਹੀਂ ਹੈ। ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਹ ਗੱਲ ਸਮਝ ਆਉਂਦੀ ਹੈ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਰਫ ਉਹਦੀ ਯਾਦ ਵਿੱਚ ਜੁੜ ਕੇ ਆਨੰਦ ਮਾਣਿਆ ਜਾ ਸਕਦਾ। ਜਿਵੇਂ ਪੰਛੀ ਹੈ, ਦੇਖੋ ਪੰਛੀ ਹਨ, ਪੰਛੀ ਆਕਾਸ਼ ਵਿੱਚ ਉੱਡਦੇ ਹੈ, ਆਕਾਸ਼ ਦਾ ਨਜ਼ਾਰਾ ਲੈ ਰਹੇ ਹੋ, ਆਕਾਸ਼ ਦਾ ਆਨੰਦ ਲੈ ਰਹੇ ਉੱਡ ਉੱਡ ਕੇ। ਪੰਛੀ ਆਕਾਸ਼ ਨੂੰ ਮਿਣ ਨਹੀਂ ਸਕਦੇ, ਮਿਣ ਸਕਦੇ ਕਿਤੇ? ਬਸ ਆਕਾਸ਼ ਵਿੱਚ ਉੱਡ ਰਹੇ, ਆਨੰਦ ਲੈ ਰਹੇ, ਪਰ ਆਕਾਸ਼ ਨੂੰ ਮਿਣ ਨਹੀਂ ਸਕਦੇ, ਆਕਾਸ਼ ਦਾ ਆਨੰਦ ਲੈ ਸਕਦੇ। ਇਸੇ ਤਰੀਕੇ ਨਾਲ ਮੱਛੀ ਹੈ, ਮੱਛੀ ਪਾਣੀ 'ਚ ਰਹਿ ਰਹੀ ਹੈ, ਸਮੁੰਦਰ ਵਿੱਚ ਰਹਿ ਰਹੀ ਹੈ, ਦਰਿਆ ਵਿੱਚ ਰਹਿ ਰਹੀ ਹੈ, ਆਨੰਦ ਲੈ ਰਹੀ ਪਾਣੀ ਦਾ। ਪਰ ਉਹ ਪਾਣੀ ਨੂੰ ਮਿਣ ਨਹੀਂ ਸਕਦੀ, ਸਮੁੰਦਰ ਨੂੰ ਮਿਣ ਨਹੀਂ ਸਕਦੀ। ਸਮੁੰਦਰ ਕਿਤਨਾ ਕੁ ਵੱਡਾ ਹੈ, ਬਸ ਪਾਣੀ ਵਿੱਚ ਰਹਿੰਦੀ ਆਨੰਦ ਮਾਣ ਰਹੀ ਹੈ। ਇਸੇ ਤਰੀਕੇ ਨਾਲ ਜਾਨਵਰ ਕੋਈ ਜੰਗਲ ਵਿੱਚ ਰਹਿ ਰਿਹਾ, ਜੰਗਲ ਵਿੱਚ ਰਹਿ ਰਿਹਾ, ਉਹ ਜੰਗਲ ਨੂੰ ਮਿਲਦਾ ਨਹੀਂ ਹੈ, ਹਿਸਾਬ ਕਿਤਾਬ ਨਹੀਂ ਲਾਉਂਦਾ, ਜੰਗਲ ਵਿੱਚ ਰਹਿੰਦਾ ਹੋਇਆ ਆਨੰਦ ਲੈ ਰਿਹਾ। ਇਸੇ ਤਰੀਕੇ ਨਾਲ ਅਸੀਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਆਨੰਦ ਲੈਣਾ, ਉਹਦੇ ਗੁਣ ਗਾ ਗਾ ਕੇ ਆਤਮਿਕ ਆਨੰਦ ਮਾਨਣਾ ਹੈ। ਉਹ ਆਨੰਦ ਸਰੂਪ ਹੈ, ਉਹਦੇ ਕੋਲ ਸੁੱਖ ਹੀ ਸੁੱਖ ਹਨ, ਆਨੰਦ ਹੀ ਆਨੰਦ ਹੈ। ਉਹਦੇ ਚਰਨਾਂ ਨਾਲ ਜੁੜ ਕੇ, ਉਹਦੀ ਬਾਣੀ ਨਾਲ ਜੁੜ ਕੇ ਆਤਮਿਕ ਆਨੰਦ ਮਾਣਨਾ, ਨਾ ਕਿ ਅੰਤ ਪਾਉਣ ਦਾ ਯਤਨ ਕਰਨਾ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ।
ਉਹਦੀ ਕੁਦਰਤ ਦਾ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ। ਇੰਨਾ ਹੀ ਕਿਹਾ ਜਾ ਸਕਦਾ ਕਿ ਉਹ ਸਭ ਤੋਂ ਵੱਡਾ, ਉਹ ਤੋਂ ਵੱਡਾ ਹੋਰ ਕੋਈ ਨਹੀਂ ਹੈ, ਬਸ ਉਹਦੀ ਯਾਦ ਵਿੱਚ ਜੁੜਨਾ। ਸੋ ਇਹ ਅੱਜ 22ਵੀਂ ਪੌੜੀ ਦੀ ਵਿਚਾਰ ਸੀ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।